ਪਿਆਰੇ ਵਿਦਿਆਰਥੀਓ, ਆਪਾਂ ਕੱਲ ਇੱਕ ਕਹਾਣੀ ਕੀਤੀ ਸੀ ਜਿਸ ਦਾ ਨਾਮ ਸੀਗਾ ਕੁਲਫੀ। ਆਪਾਂ ਨੂੰ ਵਿਸਥਾਰ ਦੇ ਵਿੱਚ ਕੱਲ ਆਪਾਂ ਕੀਤਾ ਸੀਗਾ ਔਰ ਇਹ ਜਿਹੜੀ ਕੁਲਫੀ ਕਹਾਣੀ ਆ ਇਹ ਆਪਾਂ ਤੁਹਾਨੂੰ ਦੱਸਿਆ ਸੀਗਾ ਇਹ ਜਿਹੜੀ ਤੁਹਾਡੀ ਵੰਨਗੀ ਦੀ ਪੁਸਤਕ ਵਾ ਉਹਦੇ ਵਿੱਚ ਇਹ ਪਹਿਲੇ ਨੰਬਰ ਤੇ ਕਹਾਣੀ ਆ ਔਰ ਇਹ CBSE ਦੇ ਵਿਦਿਆਰਥੀਆਂ ਵਾਸਤੇ ਵੀ ਆ ਔਰ ਪੰਜਾਬ ਬੋਰਡ ਦੇ ਵਿਦਿਆਰਥੀਆਂ ਵਾਸਤੇ ਵੀ ਹੈਗੀ ਆ। ਆਪਾਂ ਜਿਹੜੀ ਕੱਲ ਕਹਾਣੀ ਕੀਤੀ ਸੀਗੀ ਅੱਜ ਆਪਾਂ ਉਹਨਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਕੁਲਫੀ ਕਹਾਣੀ ਦੇ ਵਿੱਚ ਪ੍ਰਸ਼ਨ ਹੈਗਾ ਆ ਉਹ ਹੈਗਾ ਆ ਬਈ, ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ। ਪਹਿਲਾ ਜਿਹੜਾ ਸਾਡੇ ਕੋਲ ਪ੍ਰਸ਼ਨ ਹੈਗਾ ਆ ਵੀ ਜਿਸ ਸਮੇਂ ਲੇਖਕ ਜਿਹੜਾ ਸ਼ੁਰੂ ਦੇ ਵਿੱਚ ਕਹਾਣੀ ਦੇ ਵਿੱਚ ਆਪਣੀ ਸੱਫ ਦੇ ਉੱਤੇ ਸੁੱਤਾ ਪਿਆ ਸੀਗਾ, ਦੁਪਹਿਰ ਦਾ ਸਮਾਂ ਸੀਗਾ, ਉਸ ਸਮੇਂ ਦੇ ਵਿੱਚ ਇੱਕ ਵਾਰ ਕੁਲਫੀ ਵਾਲਾ ਆਇਆ, ਉਸਨੇ ਹੋਕਾ ਦਿੱਤਾ। ਉਸਨੇ ਹੋਕਾ ਕੀ ਦਿੱਤਾ ਸੀਗਾ? ਮਲਾਈ ਵਾਲੀ ਕੁਲਫੀ, ਠੰਡੀ ਠਾਰ ਕੁਲਫੀ। ਇਹ ਜਿਹੜਾ ਸੀਗਾ ਕੁਲਫੀ ਵਾਲੇ ਨੇ ਹੋਕਾ ਦਿੱਤਾ ਔਰ ਲੇਖਕ ਜਿਹੜਾ ਸੀ ਲੰਮਾ ਪਿਆ ਸੀਗਾ। ਆਪਣਾ ਪ੍ਰਸ਼ਨ ਇਹ ਆ ਵੀ ਇਹ ਹੋਕਾ ਸੁਣ ਕੇ ਕੁਲਫੀ ਵਾਲੇ ਦਾ ਉਹ ਲੇਖਕ ਕੀ ਸੋਚਣ ਲੱਗਾ। ਲੇਖਕ ਬਈ ਇਹ ਸੋਚਣ ਲੱਗਾ ਕਿ ਲੇਖਕ ਆਪਣੀ ਆਰਥਿਕ ਤੰਗੀ ਬਾਰੇ ਸੋਚਣ ਲੱਗਾ, ਕਿਉਂਕਿ ਇਹ ਜਿਹੜੀ ਕਹਾਣੀ ਆ ਇਹ 26 ਜੂਨ ਵਾਲੇ ਦਿਨ ਮਤਲਬ ਇਸ ਕਹਾਣੀ ਦੀ ਪਹਿਲੀ ਘਟਨਾ ਜਿਹੜੀ ਆ ਉਹ ਲਿਖੀ ਗਈ ਆ ਔਰ 26 ਜੂਨ ਉਹ ਲੇਖਕ ਜਿਹੜਾ ਨੌਕਰੀ ਕਰਦਾ ਆ ਔਰ ਲੇਖਕ ਇਹ ਸੋਚਦਾ ਆ। ਹੁਣ ਸਾਡਾ ਜਿਹੜਾ ਪ੍ਰਸ਼ਨ ਦਾ ਉੱਤਰ ਇਹ ਆ ਵੀ ਲੇਖਕ ਕੀ ਸੋਚਣ ਲੱਗਾ ਹੈ। ਇੱਥੋਂ ਸਾਡਾ ਉੱਤਰ ਸ਼ੁਰੂ ਹੁੰਦਾ ਆ। ਹੋਕਾ ਤੇ ਆਪਾਂ ਸੁਣ ਲਿਆ, ਮਲਾਈ ਵਾਲੀ ਕੁਲਫੀ, ਠੰਡੀ ਠਾਰ ਕੁਲਫੀ। ਇਹ ਹੋਕਾ ਜਦੋਂ ਉਹਨੂੰ ਸੁਣਿਆ ਉਹ ਲੰਮਾ ਪਿਆ ਸੀ ਤੇ ਸੋਚਣ ਕੀ ਲੱਗਾ ਆ ਕਿ ਆਰਥਿਕ ਤੰਗੀ ਦੇ ਕਾਰਨ, ਆਰਥਿਕ ਤੰਗੀ ਇਹ ਹੁੰਦੀ ਆ ਜਿਹਦੇ ਕੋਲ ਪੈਸੇ ਘੱਟ ਹੋਣ, ਆਰਥਿਕ ਤੰਗੀ। ਹੁਣ ਲੇਖਕ ਇਹ ਗੱਲ ਸੋਚਦਾ ਆ ਕਿ ਉਸ ਕੋ ਤਾਂ ਪੈਸੇ ਹੈ ਨਹੀਂ, ਆਰਥਿਕ ਤੰਗੀ ਚੱਲਦੀ ਆ, ਉਹ ਕੁਲਫੀ ਤਾਂ ਖਾ ਨਹੀਂ ਸਕਦਾ, ਕੁਲਫੀ ਉਹ ਖਾ ਨਹੀਂ ਸਕਦਾ, ਪਰ ਉਹ ਮਿੱਠੇ ਦਾ ਸ਼ੌਕੀਨ ਆ, ਪਰ ਉਹ ਬੇਬਸ ਆ ਕਿਉਂਕਿ ਉਹਦੇ ਕੋਲ ਕੁਲਫੀ ਖਾਣ ਵਾਸਤੇ ਪੈਸੇ ਨਹੀਂ ਹਨ। ਔਰ ਲੇਖਕ ਇਹ ਸੋਚਦਾ ਆ ਆਰਥਿਕ ਤੰਗੀ ਆ, ਦੇਖੋ ਉਹਨੂੰ ਆਰਥਿਕ ਤੰਗੀ ਸੀ, ਇਸ ਕਰਕੇ ਲੇਖਕ ਹੋਰ ਕੀ ਨਾਲ ਸੋਚਦਾ ਆ ਵੀ ਪੈਸੇ ਦੀ ਤੰਗੀ ਜਿਹੜੀ ਆ ਉਹ ਹਵਾਲਾਤ ਦੀ ਤੰਗੀ ਨਾਲੋਂ ਵੀ ਮਾੜੀ ਹੁੰਦੀ ਆ। ਲੇਖਕ ਇਹ ਗੱਲ ਸੋਚਦਾ ਆ ਵੀ ਜਿਹੜੀ ਪੈਸੇ ਦੀ ਤੰਗੀ ਆ ਉਹ ਹਵਾਲਾਤ ਨਾਲੋਂ ਵੀ ਮਾੜੀ ਹੁੰਦੀ ਆ। ਆਰਥਿਕ ਤੰਗੀ, ਲੇਖਕ ਆਰਥਿਕ ਤੰਗੀ ਬਾਰੇ ਆਪਣੇ ਜਿਹੜਾ ਆ ਇਹ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਆਪਣੀ ਆਰਥਿਕ ਤੰਗੀ ਬਾਰੇ ਸੋਚਦਾ ਹੈ। ਦੂਜਾ ਪ੍ਰਸ਼ਨ ਹੈਗਾ ਆ, ਤੁਸੀਂ ਟਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁਕਦੀ ਖੰਘ। ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਕਾਕਾ ਜਿਹੜਾ ਆ ਲੇਖਕ ਨੂੰ ਇਹ ਗੱਲ ਕਹਿੰਦਾ ਆ ਵੀ ਤੁਸੀਂ ਮੈਨੂੰ ਟਕਾ ਦਿਓ, ਮੈਨੂੰ ਨਹੀਂ ਲੱਗਦੀ ਲੁਕਦੀ ਖੰਘ। ਕਾਕੇ ਦੇ ਜਿਹੜੇ ਇਹ ਸ਼ਬਦ ਸੀਗੇ ਉਹਨਾਂ ਦਾ ਕੀ ਅਰਥ ਵਾ, ਕੀ ਭਾਵ ਵਾ, ਉਹ ਬੱਚੇ ਨੂੰ ਪਤਾ ਸੀ, ਕਾਕੇ ਨੂੰ ਪਤਾ ਸੀ। ਆਪਾਂ ਕਹਾਣੀ ਦੇ ਵਿੱਚ ਦੇਖਿਆ ਸੁਣਿਆ ਕਿ ਲੇਖਕ ਜਿਹੜਾ ਸੀਗਾ ਆਪਣੇ ਬੱਚੇ ਨੂੰ ਇੱਕ ਟਕਾ ਨਹੀਂ ਦਿੰਦਾ ਕਿਉਂਕਿ ਬੱਚੇ ਨੇ ਮੁਰਮੁਰਾ ਲੈਣਾ ਸੀਗਾ ਤੇ ਬੱਚੇ ਨੂੰ ਇਹ ਗੱਲ ਪਤਾ ਸੀ ਕਿ ਜਿਹੜਾ ਉਸ ਦਾ ਪਿਓ ਆ, ਲੇਖਕ ਵਾ, ਉਸ ਨੂੰ ਟਕਾ ਨਹੀਂ ਦਿੰਦਾ ਔਰ ਤਰ੍ਹਾਂ ਤਰ੍ਹਾਂ ਦੇ ਵੱਖਰੇ ਵੱਖਰੇ ਜਿਹੜੇ ਆ ਉਹ ਬਹਾਨੇ ਕਰ ਰਿਹਾ ਟਕਾ ਨਾ ਦੇਣ ਦੇ, ਨਾ ਦੇਣੇ ਵੀ ਟਕਾ ਨਹੀਂ ਦਿੰਦਾ ਬੱਚੇ ਨੂੰ ਉਸ ਦਾ ਪਿਤਾ। ਵੱਖਰੇ ਵੱਖਰੇ ਬਹਾਨੇ ਕਰਦਾ ਆ। ਪਹਿਲੇ ਨੰਬਰ ਤੇ ਉਹਨੂੰ ਉਹ ਕਹਿੰਦਾ ਆ ਵੀ ਟਕਾ ਨਹੀਂ ਦੇਣਾ ਤੈਨੂੰ ਕਿਉਂਕਿ ਜਿਹੜਾ ਮੁਰਮੁਰਾ ਆ ਉਹ ਮਾੜਾ ਹੁੰਦਾ ਆ, ਤੇ ਬੱਚਾ ਕਹਿੰਦਾ ਆ ਨਹੀਂ ਮੁਰਮੁਰਾ ਚੰਗਾ ਹੁੰਦਾ ਆ। ਫਿਰ ਲੇਖਕ ਨੇ ਅਖੀਰ 'ਚ ਕਿਹਾ ਕਿ ਮੁਰਮੁਰਾ ਖਾਣ ਦੇ ਨਾਲ ਖੰਘ ਹੁੰਦੀ ਆ, ਤੇ ਬੱਚਾ ਫੇਰ ਵੀ ਨਹੀਂ ਮੰਨਦਾ ਤੇ ਬੱਚਾ ਫੇਰ ਤਾਂ ਇਹ ਗੱਲ ਕਹਿੰਦਾ ਆ ਕਿ ਤੁਸੀਂ ਮੈਨੂੰ ਟਕਾ ਦਿਓ, ਮੈਨੂੰ ਨਹੀਂ ਲੱਗਦੀ ਲੁਕਦੀ ਖੰਘ। ਭਾਵ ਕਿ ਬੱਚੇ ਦੇ ਇਹਨਾਂ ਸ਼ਬਦਾਂ ਦਾ ਮਤਲਬ ਇਹ ਆ ਕਿ ਬੱਚਾ ਇਹ ਸੋਚ ਲੈਂਦਾ ਆ
ਕਿ ਉਸਦਾ ਪਿਤਾ ਜਿਹੜਾ ਆ ਉਸ ਨੂੰ ਟਕਾ ਦੇਣ ਤੋਂ ਮਨਾ ਕਰ ਰਿਹਾ ਆ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਹਾਨੇ ਪਾ ਰਿਹਾ ਆ। ਇਸ ਕਰਕੇ ਬੱਚੇ ਨੇ ਸਾਫ਼ ਹੀ ਕਹਿਤਾ, ਤੁਸੀਂ ਮੈਨੂੰ ਟਕਾ ਦਿਓ, ਮੈਂ ਮੁਰਮੁਰਾ ਲੈਣਾ ਆ, ਮੈਨੂੰ ਨਹੀਂ ਲੱਗਦੀ ਲੁਕਦੀ ਖੰਘ। ਠੀਕ ਆ ਬਈ। ਕੁਲਫੀ ਕਹਾਣੀ ਦਾ ਅਗਲਾ ਪ੍ਰਸ਼ਨ ਹੈਗਾ ਆ ਸਾਡੀ ਕਿਤਾਬ ਦੇ ਉੱਤੇ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ। ਲੇਖਕ ਜਿਹੜਾ ਆ ਉਸਦੇ ਪਿਤਾ ਦਾ ਜਿਹੜਾ ਸਮਾਂ ਸੀਗਾ ਉਹ ਆਪਣੇ ਸਮੇਂ ਦੇ ਨਾਲ ਕਿਉਂ ਕਰਦਾ ਆ। ਲੇਖਕ ਜਿਹੜਾ ਸੀਗਾ ਉਹ ਇਸ ਕਹਾਣੀ ਦੇ ਵਿੱਚ ਆਰਥਿਕ ਤੰਗੀ ਦਾ ਸ਼ਿਕਾਰ ਆ, ਭਾਵ ਕਿ ਉਸ ਕੋਲ ਪੈਸੇ ਘੱਟ ਹਨ, ਉਹ ਗਰੀਬ ਆ। ਇਸ ਕਰਕੇ ਤਾਂ ਇੱਕ ਤਾਂ ਉਹ ਆਪਣੇ ਪਿਤਾ ਦੇ ਸਮੇਂ ਨਾਲ ਜਿਹੜੀ ਆ ਤੁਲਨਾ ਕਰਦਾ ਆ। ਇਹਦੇ ਵਿੱਚ ਨਾਲ ਉਹ ਹੋਰ ਕੀ ਕਹਿੰਦਾ ਆ ਕਿ ਪਹਿਲੇ ਸੰਸਾਰ ਯੁੱਧ ਤੋਂ ਬਾਅਦ, ਜਦੋਂ ਪਹਿਲਾ ਸੰਸਾਰ ਯੁੱਧ ਹੋਇਆ ਸੀ, ਉਹਦੇ ਵਿੱਚ ਜਿਹੜੀ ਸੀਗੀ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਸੀ। ਸੰਸਾਰ ਯੁੱਧ ਤੋਂ ਬਾਅਦ ਜਿਹੜੀ ਮਹਿੰਗਾਈ ਬਹੁਤ ਵੱਧ ਗਈ ਸੀ ਤੇ ਲੋਕਾਂ ਦੀ ਜਿਹੜੀ ਆਮਦਨ ਸੀ ਉਹ ਘਟ ਗਈ ਸੀਗੀ। ਇਸ ਕਰਕੇ ਲੇਖਕ ਵੀ ਇਸ ਜਿਹੜਾ ਤੰਗੀ ਦੀ, ਆਰਥਿਕ ਤੰਗੀ ਦਾ ਸ਼ਿਕਾਰ ਸੀਗਾ। ਮਹਿੰਗਾਈ ਵੱਧ ਗਈ ਤੇ ਲੋਕਾਂ ਕੋਲ ਪੈਸੇ ਘਟ ਗਏ, ਪਰ ਜਿਹੜੀ ਸੀਗੀ ਆਪਣੀ ਆਮਦਨ ਉਹ ਘਟ ਗਈ। ਮਹਿੰਗਾਈ ਵਧੀ ਤੇ ਪੈਸੇ ਘਟ ਗਏ। ਆਰਥਿਕ ਤੰਗੀ ਦਾ ਲੇਖਕ ਜਿਹੜਾ ਸੀਗਾ ਉਹ ਸ਼ਿਕਾਰ ਸੀਗਾ। ਹੋਰ ਵੀ ਕੀ ਹੋਇਆ, ਆਮਦਨ ਘਟਣ ਦੇ ਨਾਲ ਜਿਹੜਾ ਸੀਗਾ ਉਹ ਘਰ ਦਾ ਗੁਜ਼ਾਰਾ ਔਖਾ ਹੋ ਗਿਆ। ਘਰ ਵਿੱਚ ਰਾਸ਼ਨ ਲਿਆਉਣਾ, ਕਈ ਚੀਜ਼ਾਂ ਲਿਆਉਣੀਆਂ, ਉਹ ਜਿਹੜੀਆਂ ਸੀਗੀਆਂ ਉਹ ਲੇਖਕ ਨੂੰ ਤੰਗ ਕਰਨ ਲੱਗੀਆਂ ਕਿਉਂਕਿ ਆਮਦਨ ਘਟ ਗਈ। ਦੇਖੋ, ਆਮਦਨ ਘਟੀ, ਗੁਜ਼ਾਰਾ ਔਖਾ। ਜਦੋਂ ਆਮਦਨ ਘਟ ਗਈ ਸੀਗੀ, ਇਸ ਕਰਕੇ ਜਿਹੜਾ ਸੀਗਾ ਉਹ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀਗਾ। ਉਹ ਲੇਖਕ ਇਹ ਗੱਲ ਕਹਿੰਦਾ ਸੀਗਾ ਵੀ ਦੇਸ਼ ਦੀ ਆਰਥਿਕਤਾ ਉੱਤੇ ਧਨ ਕੁਬੇਰਾਂ ਦਾ ਕਬਜ਼ਾ ਹੋ ਗਿਆ। ਮਤਲਬ ਦੇਸ਼ ਦਾ ਜਿਹੜਾ ਪੈਸਾ ਸੀਗਾ ਉਹ ਕੁਝ ਅਮੀਰ ਲੋਕਾਂ ਦਾ ਉਹਦੇ ਉੱਤੇ ਕਬਜ਼ਾ ਹੋ ਗਿਆ। ਧਨ ਕੁਬੇਰ ਉਹ ਲੋਕ ਹੁੰਦੇ ਹਨ ਜਿਹੜੇ ਕਿ ਲੋਕ ਅਮੀਰ ਹੁੰਦੇ ਆ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਆ। ਮਤਲਬ ਟੋਟਲ ਆਪਾਂ ਜੇ ਦੇਖੀਏ ਪੂਰੇ ਪ੍ਰਸ਼ਨ ਦਾ ਸਾਡੇ ਉੱਤਰ ਇਹ ਆ ਵੀ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਆ। ਪਹਿਲੀ ਗੱਲ ਇਹ ਕਹਿੰਦਾ ਵੀ ਜਿਹੜਾ ਪਹਿਲਾ ਵਿਸ਼ਵ ਯੁੱਧ ਹੋਇਆ ਸੀਗਾ ਉਹ ਯੁੱਧ ਹੋਣ ਦੇ ਕਾਰਨ ਜਿਹੜੀ ਮਹਿੰਗਾਈ ਆ ਉਹ ਇੱਕਦਮ ਵੱਧ ਗਈ ਤੇ ਲੋਕਾਂ ਦੀ ਜਿਹੜੀ ਆਮਦਨ ਸੀਗੀ ਉਹ ਘਟ ਗਈ। ਲੋਕੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ। ਆਮਦਨ ਘਟਣ ਦੇ ਨਾਲ ਲੋਕਾਂ ਨੂੰ। ਕੁਲਫੀ ਕਹਾਣੀ ਦਾ ਅਗਲਾ ਪ੍ਰਸ਼ਨ ਹੈਗਾ ਆ, ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ। ਜਿਹੜਾ ਲੇਖਕ ਸੀਗਾ ਉਹ ਆਪਣੇ ਮਾਲਕ ਨੂੰ ਕਿਉਂ ਨਹੀਂ ਇਹ ਗੱਲ ਕਹਿੰਦਾ ਸੀਗਾ ਵੀ ਜਿੰਨੀ ਉਹ ਉਸ ਨੂੰ ਤਨਖਾਹ ਦਿੰਦਾ ਆ ਉਸ ਵਿੱਚ ਉਸ ਦਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਤੇ ਲੇਖਕ ਨੂੰ ਕਿਸ ਗੱਲ ਦਾ ਡਰ ਸੀ, ਉਹ ਕਿਉਂ ਸੰਕੋਚ ਕਰਦਾ ਸੀਗਾ ਕਿ ਆਪਣੇ ਮਾਲਕ ਨੂੰ ਇਹ ਗੱਲ ਕਹਿ ਨਹੀਂ ਸੀ ਪਾਉਂਦਾ ਕਿ ਉਸ ਦੀ ਉਹ ਤਨਖਾਹ ਵਧਾਵੇ। ਇਸ ਪ੍ਰਸ਼ਨ ਦਾ ਉੱਤਰ ਇਹ ਹੈਗਾ ਕਿ ਲੇਖਕ ਜਿਹੜਾ ਉਹ ਇਸ ਕਰਕੇ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਨਹੀਂ ਕਹਿ ਰਿਹਾ ਸੀ ਕਿਉਂਕਿ ਉਹ ਲੇਖਕ ਇਹ ਸੋਚਦਾ ਸੀਗਾ ਵੀ ਮੈਂ ਜੇ ਇਕੱਲੇ ਨੇ ਆਪਣੇ ਮਾਲਕ ਨੂੰ ਇਹ ਗੱਲ ਕਹੀ ਕਿ ਤੁਸੀਂ ਮੇਰੀ ਤਨਖਾਹ ਵਧਾ ਦਿਓ ਤੇ ਹੋ ਸਕਦਾ ਇਸ ਤਨਖਾਹ ਵਧਾਉਣ ਦੇ ਵਿੱਚ ਮੇਰਾ ਕੋਈ ਸਾਥੀ ਮੇਰਾ ਸਾਥ ਨਾ ਦੇਵੇ ਤੇ ਮਾਲਕ ਜਿਹੜੇ ਆ ਮੁਨਾਫਾਖੋਰ ਹੁੰਦੇ ਆ, ਉਹ ਵੱਧ ਤੋਂ ਵੱਧ ਕਮਾਈ ਕਰਨਾ ਚਾਹੁੰਦੇ ਆ। ਆਪਣੇ ਜਿਹੜੇ ਕੰਮ ਕਰਨ ਵਾਲੇ ਆ ਉਹਨੂੰ ਘੱਟੋ ਘੱਟ ਤਨਖਾਹ ਦੇਣਾ ਚਾਹੁੰਦੇ ਆ ਤਾਂ ਕਿ ਮਾਲਕ ਜਿਹੜੇ ਹੁੰਦੇ ਆ ਉਹ ਇਹ ਸੋਚ ਕੇ ਚੱਲਦੇ ਆ ਕਿ ਵੱਧ ਤੋਂ ਵੱਧ ਮੈਨੂੰ ਜਿਹੜਾ ਮੁਨਾਫਾ ਹੋਵੇ। ਇਸ ਕਰਕੇ ਉਹਨਾਂ ਨੂੰ ਮੁਨਾਫਾਖੋਰ ਕਿਹਾ ਜਾਂਦਾ ਆ। ਉਹ ਵੱਧ ਤੋਂ ਵੱਧ ਕਮਾਈ ਕਰਨ ਦੇ ਚੱਕਰ ਦੇ ਵਿੱਚ ਜਿਹੜੇ ਆਪਣੇ ਕੰਮ ਕਰਨ ਵਾਲੇ ਉਹਨਾਂ ਦੇ ਕੋਲ ਆ ਉਹ ਉਹਨਾਂ ਨੂੰ ਘੱਟ ਤਨਖਾਹ ਦਿੰਦੇ ਆ।
ਹੁਣ ਲੇਖਕ ਕਹਿੰਦਾ ਵੀ ਜੇ ਮੇਰਾ ਸਾਥ ਇਸ ਗੱਲ ਵਿੱਚ ਕਿਸੇ ਮੇਰੇ ਸਾਥੀ ਨੇ ਨਾ ਦਿੱਤਾ ਕਿ ਸਾਡੀ ਤਨਖਾਹ ਵਧਾਓ, ਮੈਂ ਇਕੱਲੇ ਨੇ ਇਹ ਗੱਲ ਕਹੀ ਤੇ ਕਿਤੇ ਮਾਲਕ ਮੇਰਾ ਜਿਹੜਾ ਆ ਮੇਰੀ ਨੂੰ ਨੌਕਰੀ ਤੋਂ ਜਵਾਬ ਨਾ ਦੇ ਦੇਵੇ। ਉਹਨੂੰ ਇਸ ਕਰਕੇ ਸੀਗਾ ਵੀ ਘੱਟ ਤਨਖਾਹ 'ਚ ਗੁਜ਼ਾਰਾ ਨਹੀਂ ਹੁੰਦਾ ਤੇ ਮਾਲਕ ਨੂੰ ਇਹ ਗੱਲ ਕਹਿਣ ਤੋਂ ਸੰਕੋਚ ਕਰਦਾ ਸੀ, ਮੇਰੀ ਤਨਖਾਹ ਵਧਾਵੋ। ਉਹ ਡਰਦਾ ਸੀਗਾ ਵੀ ਕਿਤੇ ਮਾਲਕ ਮੇਰਾ ਮੈਨੂੰ ਮੇਰੀ ਨੌਕਰੀ ਤੋਂ ਜਵਾਬ ਨਾ ਦੇ ਦੇਵੇ, ਜਿਹੜੀ ਮੈਨੂੰ ਥੋੜੀ ਤਨਖਾਹ ਮਿਲਦੀ ਆ ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਮਸੀਂ ਚੱਲਦਾ ਆ, ਕਿਤੇ ਇਹ ਵੀ ਨਾ ਜਾਂਦੀ ਲੱਗੇ। ਉਹ ਜਿਹੜਾ ਸੀਗਾ ਨੌਕਰੀ ਤੋਂ ਜਵਾਬ ਮਿਲਣ ਕਰਕੇ ਤੇ ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਕਰਕੇ ਵੀ ਜੇ ਕਿਤੇ ਮਾਲਕ ਨੇ ਮੇਰੀ ਇਸ ਗੱਲ ਦਾ ਗੁੱਸਾ ਕਰ ਲਿਆ ਕਿ ਮੈਂ ਆਪਣੀ ਤਨਖਾਹ ਵਧਾਉਣ ਨੂੰ ਕਹਿ ਰਿਹਾ ਆ ਤੇ ਕਿਤੇ ਮੇਰੇ ਮਾਲਕ ਨੇ ਮੈਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਤੇ ਜਿਹੜਾ ਮੇਰਾ ਭਵਿੱਖ ਆ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਮੈਂ ਜੇ ਬੇਰੁਜ਼ਗਾਰ ਹੋ ਗਿਆ, ਉਹ ਜਿਹੜਾ ਬੇਰੁਜ਼ਗਾਰੀ ਦਾ ਭਿਆਨਕ ਜਿਹੜਾ ਭਵਿੱਖ ਆ ਉਹਨੂੰ ਸੋਚ ਕੇ ਲੇਖਕ ਜਿਹੜਾ ਆ ਆਪਣੇ ਮਾਲਕ ਨੂੰ ਇਹ ਗੱਲ ਨਹੀਂ ਕਹਿੰਦਾ, ਇਸ ਗੱਲੋਂ ਸੰਕੋਚ ਕਰਦਾ ਆ ਕਿ ਉਸ ਦੀ ਤਨਖਾਹ ਵਧਾਈ ਜਾਵੇ। ਅਗਲਾ ਪ੍ਰਸ਼ਨ ਹੈਗਾ ਆ, ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ? ਮਤਲਬ ਜਿਸ ਵੇਲੇ ਕਾਕੇ ਨੇ, ਲੇਖਕ ਦੇ ਮੁੰਡੇ ਨੇ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹ ਲਈ, ਉਸ ਤੋਂ ਬਾਅਦ ਮਾਪਿਆਂ ਦੀ, ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ? ਆਪਾਂ ਕਹਾਣੀ ਦੇ ਵਿੱਚ ਸੁਣਿਆ ਸੀਗਾ ਵੀ ਜਿਸ ਸਮੇਂ ਜਿਹੜਾ ਕਾਕਾ ਸੀਗਾ, ਲੇਖਕ ਦਾ ਮੁੰਡਾ ਸੀਗਾ, ਉਹਨੇ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹ ਲਈ ਤੇ ਸ਼ਾਹਣੀ ਜਿਹੜੀ ਸੀਗੀ, ਉਹ ਮੁੰਡੇ ਦੀ ਜਿਹੜੀ ਮਾਂ ਸੀ, ਸ਼ਾਹਣੀ ਸੀਗੀ, ਉਹ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ ਵੀ ਤੁਹਾਡੇ ਮੁੰਡੇ ਨੇ ਮੇਰੇ ਮੁੰਡੇ ਦੇ ਠੁੱਡ ਮਾਰ ਕੇ ਉਹਨੂੰ ਨਾਲੀ ਵਿੱਚ ਸੁੱਟਿਆ, ਨਾਲੇ ਉਹਦੀ ਕੁਲਫੀ ਸੁੱਟੀ ਤੇ ਇੱਕ ਵਾਰੀ ਉਹ ਡਿੱਗਿਆ, ਫਿਰ ਉੱਠਣ ਲੱਗਾ, ਉਹਦੇ ਫਿਰ ਠੁੱਡ ਮਾਰਿਆ। ਇਹ ਜਿਹੜਾ ਸਾਰਾ ਕੁਝ ਹੋਇਆ ਸੀ, ਇਸ ਗੱਲ ਦਾ ਉਲਾਂਭਾ ਲੈ ਕੇ ਜਿਹੜੀ ਸ਼ਾਹਣੀ ਸੀ ਉਹ ਲੇਖਕ ਦੇ ਘਰ ਆਈ ਤੇ ਜਿਹੜੀ ਲੇਖਕ ਦੀ ਪਤਨੀ ਸੀ ਉਸ ਨੂੰ ਇਸ ਗੱਲ ਦਾ ਗੁੱਸਾ ਆ ਗਿਆ ਵੀ ਇਹ ਛੋਟਾ ਜਿਹਾ ਹੈਗਾ ਆ, ਇਹ ਹੁਣੇ ਉਲਾਂਭੇ ਲੈ ਕੇ ਆਉਣ ਲੱਗ ਪਿਆ। ਤੇ ਲੇਖਕ ਦੀ ਪਤਨੀ ਜਦੋਂ ਕਾਕੇ ਦੇ ਚਪੇੜ ਮਾਰਨ ਲੱਗਦੀ ਆ ਤੇ ਲੇਖਕ ਜਿਹੜਾ ਆ ਆਪਣੀ ਪਤਨੀ ਨੂੰ ਕਾਕੇ ਦੇ ਚਪੇੜ ਮਾਰਨ ਤੋਂ ਰੋਕਦਾ ਆ। ਉਸ ਵੇਲੇ ਉਹ ਇੱਕ ਲਾਈਨ ਕਹਿੰਦਾ ਆ, ਦੇਖੋ ਕੀ ਕਹਿੰਦਾ ਆ, ਪੁੱਜ ਵੰਡ ਸਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਆ। ਜਦੋਂ ਲੇਖਕ ਦੀ ਘਰਵਾਲੀ ਕਾਕੇ ਦੇ ਚਪੇੜ ਮਾਰਨ ਲੱਗਦੀ ਆ ਤੇ ਲੇਖਕ ਇਹ ਗੱਲ ਕਹਿੰਦਾ ਆ ਵੀ ਕਾਇਰ ਪਿਓ ਦੇ ਘਰ ਇੱਕ ਬਹਾਦਰ ਮੁੰਡਾ ਜੰਮਿਆ ਆ, ਤੂੰ ਮੁੰਡੇ ਦੇ ਚਪੇੜ ਨਾ ਮਾਰ, ਸਮਾਂ ਕੁਛ ਵੰਡ, ਠੀਕ ਆ ਵੀ। ਕਿਉਂਕਿ ਲੇਖਕ ਇਹ ਗੱਲ ਇਸ ਕਰਕੇ ਕਹਿੰਦਾ ਆ ਵੀ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਰੀਬ ਲੋਕ ਆ ਉਹ ਆਪਣੇ ਹੱਕ ਅਮੀਰਾਂ ਤੋਂ ਮੰਗਣਗੇ ਨਹੀਂ, ਆਪਣੇ ਹੱਕ ਖੋਹ ਲੈਣਗੇ। ਜਿਸ ਤਰ੍ਹਾਂ ਕਿ ਬੱਚੇ ਨੇ ਉਹ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਜਿਹੜੀ ਸੀਗੀ ਉਹਦੇ ਮਾਰ ਕੇ ਤੇ ਉਹਨੂੰ ਡੇਗ ਦਿੱਤਾ ਸੀਗਾ, ਠੀਕ ਆ ਬਈ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਮੀਰ ਗਰੀਬ ਜਿਹੜੇ ਆ ਉਹ ਆਪਣਾ ਹੱਕ ਮੰਗਣਗੇ ਨਹੀਂ, ਖੋਹ ਲੈਣਗੇ। ਤੇ ਲੇਖਕ ਆਪਣੇ ਆਪ ਨੂੰ ਇੱਥੇ ਜਿਹੜਾ ਆ ਡਰਪੋਕ ਕਹਿੰਦਾ ਆ, ਕਿਉਂਕਿ ਲੇਖਕ ਆਪਣੇ ਮਾਲਕ ਨੂੰ ਇਹ ਗੱਲ ਨਹੀਂ ਕਹਿ ਸਕਿਆ ਸੀਗਾ ਵੀ ਮੇਰੀ ਤਨਖਾਹ ਘੱਟ ਵਾ, ਤੂੰ ਮੇਰੀ ਤਨਖਾਹ ਵਧਾ। ਲੇਖਕ ਤੇ ਇਹ ਗੱਲ ਨਹੀਂ ਕਹਿ ਸਕਿਆ, ਇਸ ਕਰਕੇ ਉਹਦੇ ਬੱਚੇ ਨੇ ਉਹ ਕੰਮ ਕਰ ਦਿੱਤਾ। ਤਾਂ ਹੀ ਤਾਂ ਲੇਖਕ ਨੇ ਇਹ ਗੱਲ ਕਹੀ, ਕੁਝ ਵੰਡ ਸਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਆ। ਮੁੰਡੇ ਨੂੰ ਇੱਥੇ ਬਹਾਦਰ ਕਿਹਾ ਆ ਜਿਹਨੇ ਆਪਣਾ ਹੱਕ ਖੋਹ ਲਿਆ, ਤੇ ਲੇਖਕ ਨੇ ਆਪਣੇ ਆਪ ਨੂੰ ਡਰਪੋਕ ਕਿਹਾ ਆ ਜਿਹੜਾ ਕਿ ਆਪਣੇ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਬਾਰੇ ਨਹੀਂ ਡਰਦਾ ਹੋਇਆ ਕਹਿ ਸਕਿਆ ਸੀ। ਵਿਦਿਆਰਥੀਓ, ਅਗਲਾ ਜਿਹੜਾ ਪ੍ਰਸ਼ਨ ਹੈਗਾ ਆ, ਕਾਕਾ ਸੁਪਨੇ ਵਿੱਚ ਕਿਉਂ ਬੁੜਬੜਾ ਰਿਹਾ ਸੀ? ਕਾਕਾ ਜਿਹੜਾ ਆ ਜਦੋਂ ਸੁੱਤਾ ਪਿਆ ਸੀਗਾ ਤੇ ਸੁਪਨੇ ਦੇ ਵਿੱਚ ਉਹ ਕਿਉਂ ਬੁੜਬੜਾ ਰਿਹਾ ਸੀ? ਸਾਨੂੰ ਪਤਾ ਆ ਜਦੋਂ ਆਪਾਂ ਇਹ ਕਹਾਣੀ ਸੁਣੀ ਸੀ ਤੇ ਆਪਾਂ ਉਹਦੇ ਵਿੱਚ ਸੁਣਿਆ ਸੀਗਾ
ਵੀ ਕਾਕਾ ਜਿਹੜਾ ਸੀਗਾ ਉਹ ਸੁਪਨੇ ਦੇ ਵਿੱਚ ਕੁਲਫੀ ਕੁਲਫੀ ਬੜਬੜਾਉਂਦਾ ਸੀਗਾ। ਠੀਕ ਹੈ ਵੀ। ਹੁਣ ਇਹ ਕਿਉਂ ਬੁੜਬੜਾ ਰਿਹਾ ਸੀਗਾ? ਮਨੋਵਿਗਿਆਨ ਅਨੁਸਾਰ, ਮਨੋਵਿਗਿਆਨੀ ਜਿਹੜੇ ਆ, ਮਨੋਵਿਗਿਆਨ ਦੇ ਅਨੁਸਾਰ ਜਿਹੜਾ ਇਨਸਾਨ ਹੁੰਦਾ ਆ ਉਹਦੇ ਦੋ ਮਨ ਹੁੰਦੇ ਆ। ਦੋ ਮਨ ਹੁੰਦੇ ਆ, ਇੱਕ ਹੁੰਦਾ ਚੇਤ, ਇੱਕ ਹੁੰਦਾ ਅਚੇਤ। ਹੁਣ ਜਿਹੜਾ ਤਾਂ ਚੇਤ ਮਨ ਹੁੰਦਾ ਆ ਉਹ ਸੁੱਤਾ ਹੁੰਦਾ ਆ, ਭਾਵ ਕਿ ਬੱਚਾ ਜਿਹੜਾ ਸੀਗਾ ਉਹ ਸੁੱਤਾ ਪਿਆ ਸੀਗਾ, ਉਹਦਾ ਜਿਹੜਾ ਚੇਤ ਮਨ ਸੀਗਾ ਉਹ ਵੀ ਸੌਂ ਰਿਹਾ ਸੀ। ਪਰ ਜਿਹੜਾ ਅਚੇਤ ਮਨ ਹੁੰਦਾ ਆ ਉਹ ਜਾਗਦਾ ਸੀ। ਜਿੰਨੇ ਸਾਨੂੰ ਸੁਪਨੇ ਆਉਂਦੇ ਆ ਨਾ ਉਹ ਸਾਰੇ ਅਚੇਤ ਮਨ ਵਿੱਚ ਆਉਂਦੇ ਆ। ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕੌਨਸ਼ੀਅਸ ਤੇ ਸਬ ਕੌਨਸ਼ੀਅਸ ਕਿਹਾ ਜਾਂਦਾ ਹੈ। ਠੀਕ ਆ, ਮਤਲਬ ਜਿੰਨੇ ਸਾਡੇ ਸੁਪਨੇ ਹੁੰਦੇ ਆ ਉਹ ਅਚੇਤ ਮਨ ਵਿੱਚ ਆਉਂਦੇ ਆ। ਮਨੋਵਿਗਿਆਨੀ ਇਹ ਗੱਲ ਕਹਿੰਦੇ ਆ। ਹੁਣ ਕਾਕਾ ਜਿਹੜਾ ਸੀਗਾ ਵੈਸੇ ਤਾਂ ਸੁੱਤਾ ਪਿਆ ਸੀਗਾ, ਪਰ ਉਹ ਸੁਪਨੇ ਦੇ ਵਿੱਚ ਬੁੜਬੜਾਉਂਦਾ ਸੀ ਕੁਲਫੀ ਕੁਲਫੀ, ਕਿਉਂਕਿ ਭਾਵੇਂ ਸੁੱਤਾ ਸੀ ਪਰ ਉਹਦਾ ਅਚੇਤ ਮਨ ਜਿਹੜਾ ਸੀ ਉਹ ਜਾਗਦਾ ਸੀਗਾ। ਅਚੇਤ ਮਨ ਵਿੱਚ ਸਾਡੇ ਉਹ ਗੱਲਾਂ ਰਹਿ ਜਾਂਦੀਆਂ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਪੂਰਤੀ ਨਹੀਂ ਹੁੰਦੀ। ਹੁਣ ਬੱਚੇ ਨੂੰ ਕੁਲਫੀ ਖਾਣ ਦੀ ਇੱਛਾ ਸੀ, ਪਰ ਉਹਨੂੰ ਕੁਲਫੀ ਜਿਹੜੀ ਆ ਉਹ ਨਹੀਂ ਮਿਲੀ। ਉਹ ਉਹਦੇ ਅਚੇਤ ਮਨ ਦੇ ਵਿੱਚ ਕੁਲਫੀ ਜਿਹੜੀ ਸੀਗੀ ਉਹ ਘਰ ਕਰ ਗਈ। ਕੁਲਫੀ ਉਹਦੇ ਅਚੇਤ ਮਨ ਵਿੱਚ ਸੀ, ਇਸ ਕਰਕੇ ਉਹ ਜਿਹੜਾ ਸੀਗਾ ਆਪਣੇ ਸੁੱਤਾ ਪਿਆ ਵੀ ਬੁੜਬੜਾਉਂਦਾ ਸੀ ਕੁਲਫੀ ਕੁਲਫੀ। ਇਸ ਕਹਾਣੀ ਦਾ ਅਗਲਾ ਪ੍ਰਸ਼ਨ ਆ ਔਰ ਇਹ ਅਖੀਰ ਵਾਲਾ ਪ੍ਰਸ਼ਨ ਆ। ਲੇਖਕ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਜਿਹੜੀ ਆਪਾਂ ਕੁਲਫੀ ਕਹਾਣੀ ਪੜ੍ਹੀ ਆ, ਲੇਖਕ ਇਸ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਮਤਲਬ ਕਿ ਕੀ ਕਹਿਣਾ ਚਾਹੁੰਦਾ ਹੈ, ਕੀ ਉਦੇਸ਼ ਕੀ ਹੈ ਇਸ ਕਹਾਣੀ ਨੂੰ ਲਿਖਣ ਦਾ? ਇਸ ਕਹਾਣੀ ਦਾ ਉਦੇਸ਼ ਲੇਖਕ ਜੋ ਦੱਸਦਾ ਆ ਇਹ ਹੈਗਾ ਵੀ ਜਿਹੜਾ ਕਿਰਤੀ ਹੁੰਦਾ ਆ, ਕਿਰਤੀ ਦਾ ਭਾਵ ਜਿਹੜਾ ਮਜ਼ਦੂਰ ਹੁੰਦਾ ਆ, ਜਿਹੜਾ ਕੰਮ ਕਰਨ ਵਾਲਾ ਹੁੰਦਾ ਆ, ਉਸ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆ। ਉਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਉਹ ਕਹਿੰਦਾ ਤਾਂ ਹੀ ਹੋ ਸਕਦਾ ਆ ਜੇਕਰ ਉਹ ਮੁਸ਼ਕਲਾਂ ਦਾ ਹੱਲ ਤਾਂ ਹੀ ਹੋ ਸਕਦਾ ਆ ਜੇ ਕਹਿੰਦਾ ਅਮੀਰਾਂ ਦਾ ਧਨ ਖੋਲ ਕੇ ਤੇ ਗਰੀਬਾਂ ਨੂੰ ਦੇ ਦਿੱਤਾ ਜਾਵੇ। ਜਾਣੀ ਕਿ ਜਿਹੜੇ ਗਰੀਬ ਲੋਕ ਆ, ਕਿਰਤੀ ਲੋਕ ਆ, ਮਜ਼ਦੂਰ ਲੋਕ ਆ, ਉਹ ਅਮੀਰਾਂ ਦਾ ਧਨ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਉਹ ਖੋਹ ਲੈਣਗੇ। ਜਿਸ ਤਰ੍ਹਾਂ ਉਸ ਦੇ ਬੱਚੇ ਨੇ, ਕਾਕੇ ਨੇ, ਜਿਹਨੂੰ ਕੋਈ ਕੁਲਫੀ ਨਹੀਂ ਮਿਲੀ, ਪਰ ਉਹਨੇ ਜਿਹੜਾ ਸ਼ਾਹਾਂ ਦਾ ਮੁੰਡਾ ਸੀਗਾ, ਬੁੱਲੀ ਸੀਗਾ, ਜਿਹੜਾ ਉਹਦੇ ਨਾਲੋਂ ਤਕੜਾ ਵੀ ਸੀਗਾ, ਉਹਨੂੰ ਡੇਕ ਕੇ ਕੁਲਫੀ ਖੋਣ ਦੀ ਕੋਸ਼ਿਸ਼ ਕੀਤੀ। ਭਾਵ ਕਿ ਆਪਣਾ ਹੱਕ ਅਮੀਰਾਂ ਤੋਂ ਖੋਣ ਦੀ ਕੋਸ਼ਿਸ਼ ਕੀਤੀ। ਲੇਖਕ ਵੀ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਰੀਬ ਆ, ਕਿਰਤੀ ਆ, ਮਿਹਨਤ ਕਰਨ ਵਾਲੇ ਜਿਹੜੇ ਲੋਕ ਆ, ਜਿਹੜੇ ਕਿ ਅਮੀਰਾਂ ਨੇ ਆਪਣੇ ਘਰ ਭਰੇ ਹੋਏ ਆ, ਉਹ ਉਹਨਾਂ ਤੋਂ ਉਹਨਾਂ ਦਾ ਧਨ ਜਿਹੜਾ ਆ ਉਹ ਖੋਹ ਲੈਣਗੇ ਗਰੀਬ ਲੋਕ। ਠੀਕ ਹੈ ਬਈ, ਠੀਕ ਹੈ। ਇਸ ਕਰਕੇ ਇਸ ਕਹਾਣੀ ਦਾ ਜਿਹੜਾ ਉਦੇਸ਼ ਆ ਅਗਾਂਹ ਵਧੂ ਤੇ ਕ੍ਰਾਂਤੀਕਾਰੀ ਭਾਵਨਾ ਵਾਲਾ ਹੈ। ਇਹ ਜਿਹੜਾ ਇਹਦਾ ਉਦੇਸ਼ ਹੈ ਇੱਕ ਅਗਾਂਹ ਵਧੂ ਆ ਤੇ ਕ੍ਰਾਂਤੀਕਾਰੀ ਆ, ਜਿਹੜੇ ਕਿ ਗਰੀਬ ਲੋਕ ਆ ਅਮੀਰਾਂ ਤੋਂ ਆਪਣਾ ਹੱਕ ਮੰਗਣਗੇ ਨਹੀਂ, ਖੋਹ ਲੈਣਗੇ।